जो जियों जाने तिस अंतर रवे हर नामा बाणी गुरु गुरु है बाणी विच बाणी अमृत सारे गुर बाणी कहे सेवक जन मानै पर तख गुरु निस्तारै बाणी बिरलो विचारसी जे को गुरमुख होए बार मांझ महला पंजवा कर चौथा इको ओंकार सतगुर प्रसाद सावन सरसी कामणी चरण कमल स्यों प्यार मन तन रता सच रंग इको नाम आधार भिखिया रंग कुड़ाविया दिसन सबेशार हर अमृत बूंद सुहावनी मिल साधु पीवन हार वाहेगुरु जी। ज्योत रूप हर आप गुरु नानक कहायो ताते अंगद भयो तत स्यों तत मिलायो अंगद कृपा तार अमर सतगुर थिर कियो अमरदास अमृत छतर गुर राम दियो गुरु रामदास दर्शन परस कह मथुरा अमृत बैन मूरत पंच परमाण पुरख गोरे अर्जन पिखो नैन
ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਮ ਸ਼ਾਹੂ। ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਵੇਸਾਹੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਨ ਰਤਾ ਸਚ ਨਾ ਹੋਏ, ਇੱਕੋ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਤੰਤਾ ਦੇ ਯੋਗ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਅੰਦਰ ਜੁੜ ਕਰਕੇ ਨਿਤਨੇਮ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਸੰਗਤ ਜੀ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਗੁਰਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ 12 ਮਾਹ ਦੀ ਬਾਣੀ ਜੋ ਮਾਝ ਰਾਗ ਅੰਦਰ ਉਚਾਰਨ ਕੀਤੀ ਹੈ, ਇਸ ਪਾਵਨ ਬਾਣੀ ਵਿੱਚੋਂ ਆਪ ਜੀਆਂ ਨੇ 6ਵੀਂ ਪੌੜੀ ਦਾ ਪਾਠ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੇ ਪਾਸੋਂ ਸਰਵਣ ਕੀਤਾ ਹੈ। ਸੰਗਤ ਜੀ, ਜਿੱਥੇ ਅੱਜ ਸਾਵਣ ਦਾ ਮਹੀਨਾ ਆਰੰਭ ਹੋਇਆ ਹੈ, ਉੱਥੇ ਅੱਜ ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। तो सतगुरु पातशाह जी ने गुरुद्वारा मंजी साहिब, जिसनों अजकल दीवान हाल कहा जाता है,
ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਇਹ 12 ਮਾਹ ਦੀ ਬਾਣੀ ਦਾ ਉਚਾਰਨ ਕੀਤਾ ਸੀ। ਜਦੋਂ ਸਤਿਗੁਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ, ਬੇਅੰਤ ਸਿੱਖ ਸੰਗਤਾਂ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀਆਂ। ਇੱਕ ਪੰਡਤ ਵੀ ਇਸ ਪਾਵਨ ਸਥਾਨ ਤੇ ਆਇਆ ਤੇ ਸੰਗਤ ਜੀ ਉਹਨੇ ਸੰਗਤਾਂ ਨੂੰ ਮਹੀਨੇ ਦਾ ਫਲਾਦੇਸ਼ ਸਰਵਣ ਕਰਵਾਉਣਾ। ਸੰਗਤਾਂ ਨੇ ਜਤਾ ਜੋਗ ਮਾਇਆ ਨਾਲ ਉਹਦੀ ਸੇਵਾ ਕਰਨੀ। ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਉਹ ਪੰਡਤ ਧਨਾੜ ਹੋ ਗਿਆ, ਜਿੱਥੇ ਭਾਈ ਸ਼ਾਲੋ ਜੀ ਦਾ ਅਸਥਾਨ ਹੈ, ਭਾਈ ਸ਼ਾਲੋ ਜੀ ਦਾ ਟੋਭਾ, ਇਹਨੂੰ ਪੁਰਾਤਨ ਸਮੇਂ ਭਾਈ ਸ਼ਾਲੋ ਜੀ ਦੀ ਧਰਮਸ਼ਾਲਾ ਕਿਹਾ ਜਾਂਦਾ ਸੀ। ਇਹਦੇ ਪਾਸ ਹੀ ਉਸ ਪੰਡਤ ਨੇ ਆਪਣੇ ਰਹਿਣ ਵਾਸਤੇ ਸੋਹਣਾ ਮਕਾਨ ਤਿਆਰ ਕੀਤਾ। ਹੁਣ ਜਦੋਂ ਧਨ ਪਦਾਰਥ ਕੋਲ ਆ ਗਿਆ ਤੇ ਉਹ ਪੰਡਤ ਹੰਕਾਰੀ ਹੋ ਗਿਆ। ਹੁਣ ਉਹ ਨਾ ਤਾਂ ਸੰਗਤ ਵਿੱਚ ਆਉਂਦਾ ਹੈ, ਨਾ ਹੀ ਉਹ ਕਥਾ ਵਿਚਾਰ ਕਰਦਾ ਤੇ ਸੁਣਾਉਂਦਾ ਹੈ। ਇੱਕ ਦਿਨ ਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ, ਪੰਡਤ ਜੀ ਅੱਜ ਮਹੀਨੇ ਦੀ ਆਰੰਭਤਾ ਹੋਣੀ ਹੈ ਤੇ ਤੁਸੀਂ ਸੰਗਤ ਨੂੰ ਇਹਦਾ ਫਲਾਦੇਸ਼ ਸੁਣਾਓ। ਪੰਡਤ ਨੇ ਇਨਕਾਰ ਕਰ ਦਿੱਤਾ। ਮੰਜੀ ਸਾਹਿਬ ਦੀਵਾਨ ਸਜਿਆ ਹੋਇਆ ਸੀ ਤੇ ਜਦੋਂ ਸਿੱਖਾਂ ਨੇ ਆ ਕਰਕੇ ਸਤਿਗੁਰੂ ਜੀ ਨੂੰ ਦੱਸਿਆ ਤੇ ਉਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੰਗਤ ਵਿੱਚ ਹੱਥ ਜੋੜ ਕੇ ਖਲੋ ਗਏ। ਮਹਾਰਾਜ ਸਾਹਿਬ ਜੀ ਨੇ ਪੁੱਛਿਆ, ਆਪ ਕਿਵੇਂ ਖਲੋਤੇ ਹੋ? ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪ ਆਪਣੀ ਪਾਵਨ ਰਸਨਾ ਦੁਆਰਾ ਸਾਨੂੰ ਮਹੀਨਿਆਂ ਦਾ ਨਾਮ ਸਰਵਣ ਕਰਵਾਓ ਅਤੇ ਪਾਵਨ ਉਪਦੇਸ਼ ਬਖਸ਼ਿਸ਼ ਕਰੋ। ਹਜ਼ੂਰ ਨੇ ਕਿਹਾ, ਬਾਬਾ ਜੀ ਪਹਿਲੇ ਜਾਮੇ ਦੇ ਅੰਦਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਾਗ ਤੁਖਾਰੀ ਦੇ ਅੰਦਰ 12 ਮਾਹ ਦਾ ਉਚਾਰਨ ਕੀਤਾ ਹੋਇਆ ਹੈ। ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਠੀਕ ਹੈ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ 12 ਮਾਹ ਦੀ ਤੁਖਾਰੀ ਰਾਗ ਅੰਦਰ ਹੈ, ਪਰ ਮਹਾਰਾਜ ਉਹ ਕੋਈ ਬਾਣੀ ਕਠਨ ਹੋਣ ਕਰਕੇ ਉਹਦੀ ਸਮਝ ਨਹੀਂ ਪੈਂਦੀ। ਆਪ ਆਪਣੀ ਰਸਨਾ ਤੋਂ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਜੀ ਨੇ ਇਹ
12 ਮਾਹ ਦੀ ਬਾਣੀ ਦਾ ਉਚਾਰਨ ਕੀਤਾ, ਜਿਸ ਵਿੱਚ ਸੰਗਤ ਜੀ 14 ਪੌੜੀਆਂ ਨੇ। ਪਹਿਲੀ ਦੇ ਅੰਦਰ ਬੇਨਤੀ ਕੀਤੀ ਹੈ ਕਿ हे ਪ੍ਰਮਾਤਮਾ, ਅਸੀਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਆਪ ਜੀ ਤੋਂ ਵਿਛੜ ਗਏ ਹਾਂ, ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੋ। ਇਸ ਤੋਂ ਅੱਗੇ ਸਤਿਗੁਰੂ ਜੀ ਨੇ 12 ਮਹੀਨਿਆਂ ਦੇ ਨਾਮ ਅੰਕਿਤ ਕਰਕੇ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੇ ਅਖੀਰਲੀ ਪੌੜੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਨਾਮ ਦਾ ਮਹਾਤਮ ਦਰਸਾਇਆ ਹੈ ਕਿ ਸੰਗਤ ਜੀ, ਜਿਹੜੇ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਦੇ ਸਾਰੇ ਕਾਰਜ ਪਰਮੇਸ਼ਰ ਆਪ ਸਵਾਰਦਾ ਹੈ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਬਾਣੀ ਦੇ ਅੰਦਰ ਜਿੱਥੇ ਸਾਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ, ਉੱਥੇ ਸਤਿਗੁਰਾਂ ਨੇ ਆਪਸੀ ਪ੍ਰੇਮ, ਪਿਆਰ, ਮੁਹੱਬਤ ਦਾ ਉਪਦੇਸ਼ ਵੀ ਬਖਸ਼ਿਸ਼ ਕੀਤਾ ਹੈ। ਇਹ 6ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਸਾਵਣ ਸਰਸੀ ਕਾਮਣੀ। ਸੰਗਤ ਜੀ, ਇਹ ਪਾਵਸ ਰੁੱਤ ਦਾ ਪਹਿਲਾ ਮਹੀਨਾ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ 6 ਰੁੱਤਾਂ ਦਾ ਜ਼ਿਕਰ ਕੀਤਾ ਹੈ ਔਰ 12 ਮਹੀਨੇ ਹਨ ਤੇ 2-2 ਮਹੀਨਿਆਂ ਦੀ ਇੱਕ ਰੁੱਤ ਸਤਿਗੁਰਾਂ ਨੇ ਕਥਨ ਕੀਤੀ ਹੈ। ਤੇ ਪਾਵਸ ਰੁੱਤ, ਜਿਹਨੂੰ ਆਪਾਂ ਵਰਖਾ ਰੁੱਤ ਕਹਿ ਦਿੰਦੇ ਹਾਂ, ਇਹ ਵਰਖਾ ਰੁੱਤ ਦਾ ਪਹਿਲਾ ਮਹੀਨਾ ਹੈ ਸੰਗਤ ਜੀ, ਸਾਵਣ ਦਾ ਮਹੀਨਾ। ਸਾਵਣ ਤੇ ਭਾਦਰੋਂ ਇਹ 2 ਮਹੀਨੇ ਪਾਵਸ ਰੁੱਤ ਦੇ ਮੰਨੇ ਗਏ ਨੇ, ਵਰਖਾ ਰੁੱਤ ਦੇ ਮੰਨੇ ਗਏ ਨੇ। ਔਰ ਇਸ ਆਧਾਰ ਤੇ ਹੀ ਅੱਜ ਪਾਵਨ ਗੁਰਿਆ ਸਥਾਨਾਂ ਦੇ ਉੱਤੇ ਮਲਹਾਰ ਰਾਗ ਗਾਇਨ ਕਰਨ ਦਾ ਆਰੰਭਤਾ ਹੋਈ ਹੈ, ਜੋ 2 ਮਹੀਨੇ ਮਲਹਾਰ ਰਾਗ ਜਿਹੜਾ ਸੰਗਤ ਜੀ ਇਹ ਗਾਇਨ ਕੀਤਾ ਜਾਣਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਦਰਸਾਇਆ ਹੈ ਸਾਵਣ ਸਰਸੀ ਕਾਮਣੀ। ਸਾਵਣ ਦੇ ਮਹੀਨੇ ਅੰਦਰ ਉਹ ਜੀਵ ਰੂਪੀ ਇਸਤਰੀ ਸਹਿਤ ਰਸ ਤੇ ਹੋਈ, ਜਿਹਦਾ ਆਪਣੇ ਪਤੀ ਨਾਲ ਪਿਆਰ ਹੈ। ਸੰਗਤ ਜੀ, ਜਿਸ ਦਾ ਪਿਆਰ ਪਰਮੇਸ਼ਰ ਨਾਲ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਰਸ ਪ੍ਰਾਪਤ ਹੁੰਦਾ ਹੈ। ਪਰ ਕਈ ਵਾਰ ਆਪਾਂ ਸਮਾਜ ਦੇ ਅੰਦਰ ਵੇਖਦੇ ਹਾਂ, ਭਾਵੇਂ ਹਜ਼ੂਰ ਨੇ ਗੁਰਬਾਣੀ ਅੰਦਰ ਵੀ ਜ਼ਿਕਰ ਕੀਤਾ ਹੈ ਕਿ ਪਤੀ ਪਤਨੀ ਦਾ ਪਿਆਰ ਜਿਹੜਾ ਇਹ ਇੱਕ ਸਵਰਗ ਬਣਾਉਂਦਾ ਹੈ ਘਰ ਨੂੰ।
ਪਰ ਜੇ ਪਤੀ ਪਤਨੀ ਦਾ ਆਪਸ ਵਿੱਚ ਪਿਆਰ ਨਾ ਹੋਵੇ ਤੇ ਕਵੀ ਜਨਾਂ ਨੇ ਜ਼ਿਕਰ ਕੀਤਾ ਹੈ, ਉਹ ਤੋਂ ਵਰਗਾ ਤੁਹਾਨੂੰ ਕਿਤੇ ਹੋਰ ਨਰਕ ਵੀ ਨਹੀਂ ਮਿਲੇਗਾ। ਜਿੱਥੇ ਪਤੀ ਸਤੀ ਦਾ ਜੋੜ ਨਹੀਂ, ਉੱਥੇ ਨਰਕ ਦੀ ਹੋਰ ਲੋੜ ਨਹੀਂ। ਸੰਗਤ ਜੀ, ਉਹ ਪਤੀ ਸਤੀ ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਆਪਸ ਵਿੱਚ ਪਿਆਰ ਸਹਿਤ ਰਹਿੰਦੇ ਨੇ। ਜਿਹੜੀ ਪਤਨੀ ਆਪਣੇ ਪਤੀ ਨਾਲ ਪਿਆਰ ਕਰਦੀ ਹੈ, ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਪੁਰਖ ਵੱਲੇ ਝਾਕਦੀ ਨਹੀਂ। ਵੱਡਿਆਂ ਨੂੰ ਪਿਤਾ ਸਮਾਨ, ਬਰਾਬਰਦਿਆਂ ਨੂੰ ਭਰਾ ਤੇ ਛੋਟਿਆਂ ਨੂੰ ਪੁੱਤਰਾਂ ਦੇ ਸਮਾਨ ਸਮਝਦੀ ਹੈ ਤੇ ਪਤੀ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਉਹਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਹੈ। ਉਹਨਾਂ ਨੂੰ ਰਸ ਦੀ ਪ੍ਰਾਪਤੀ ਹੁੰਦੀ ਹੈ। ਸੰਗਤ ਜੀ, ਉਹੀ ਪਤਨੀਆਂ, ਉਹੀ ਜੀਵ ਇਸਤਰੀਆਂ ਸਹਿਤ ਰਸ ਦੇ ਹੁੰਦੀਆਂ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖਾ ਦੇ ਹੀ ਇੱਕ ਸਾਵਣ ਦਾ ਮਹੀਨਾ ਹੈ। ਸੰਗਤ ਜੀ, ਤੇ ਇਹ ਸਾਨੂੰ ਮਨੁੱਖਾ ਦੇਹ ਰੂਪੀ ਸਾਵਣ ਦਾ ਮਹੀਨਾ ਪ੍ਰਾਪਤ ਹੋਇਆ ਹੈ। ਅਸੀਂ ਵਾਹਿਗੁਰੂ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੁੜ ਕਰਕੇ ਉਸ ਦੇ ਰਸ ਨੂੰ ਪ੍ਰਾਪਤ ਕਰਨਾ ਹੈ। ਇਸੇ ਤਰ੍ਹਾਂ ਸ਼ੌਕ ਰੂਪੀ ਸਾਵਣ ਦਾ ਮਹੀਨਾ ਪ੍ਰਾਪਤ ਹੋਇਆ ਹੈ। ਇੱਕ ਅਵਸਥਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਸਾਵਣ ਦੇ ਮਹੀਨੇ ਅੰਦਰ ਉਹ ਜੀਵ ਇਸਤਰੀਆਂ ਸਹਿਤ ਰਸ ਤੇ ਹੁੰਦੀਆਂ ਹਨ। ਚਰਨ ਕਮਲ ਸਿਓ ਪਿਆਰ, ਜਿਨ੍ਹਾਂ ਦਾ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਪਿਆਰ ਹੈ। ਸੰਗਤ ਜੀ, ਗੁਰੂ ਦੇ ਸ਼ਬਦ ਨਾਲ ਪਿਆਰ ਹੈ, ਗੁਰੂ ਕੀ ਬਾਣੀ ਨਾਲ ਪਿਆਰ ਹੈ, ਉਹ ਜੀਵ ਇਸਤਰੀਆਂ ਸਹਿਤ ਰਸ ਦੇ ਹੁੰਦੀਆਂ ਹਨ। ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ। ਹਜ਼ੂਰ ਕਹਿੰਦੇ ਨੇ ਸਾਵਣ ਦੇ ਮਹੀਨੇ ਅੰਦਰ ਜਦੋਂ ਵਰਖਾ ਹੁੰਦੀ ਹੈ ਨਾ, ਸਾਰੀ ਬਨਾਸਪਤੀ ਹਰਿਆਵਲਤਾ ਵਿੱਚ ਆਉਂਦੀ ਹੈ। ਕਿਉਂਕਿ ਜੇੜ ਤੇ ਹਾੜ ਦੇ ਜਿਹੜੇ 2 ਮਹੀਨੇ ਬਤੀਤ ਹੋਏ ਸੰਗਤ ਜੀ, ਇਹਨਾਂ ਦੇ ਵਿੱਚ ਅੱਤ ਦੀ ਗਰਮੀ ਪਈ। ਗਰਮੀ ਦੇ ਕਾਰਨ ਜਿਹੜੀ ਬਨਾਸਪਤੀ ਕੁਮਲਾਈ ਹੋਈ ਸੀ ਨਾ, ਉਹ ਸਾਵਣ ਦੇ ਮਹੀਨੇ ਵਿੱਚ ਵਰਖਾ ਪੈਣ ਕਰਕੇ ਹਰਿਆਵਲਤਾ ਵਿੱਚ ਆਈ ਹੈ। ਪਰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਕਈਆਂ ਨੂੰ ਇਹ ਵਰਖਾ ਰੁੱਤ ਸੁਖਦਾਈ ਲੱਗਦੀ ਹੈ, ਕਈਆਂ ਨੂੰ ਇਹ ਦੁਖਦਾਇਕ ਹੈ। ਸੰਗਤ ਜੀ, ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸਾਵਣ ਦੇ ਮਹੀਨੇ ਜਦੋਂ ਵਰਖਾ ਪੈਂਦੀ ਹੈ, ਅੱਕ ਦਾ ਬੂਟਾ ਤੇ ਜਵਾਹਾਂ ਦਾ ਬੂਟਾ ਇਹ ਸੁੱਕ ਜਾਂਦੇ ਹਨ। ਕਿਉਂਕਿ ਇਹਨਾਂ ਵਾਸਤੇ ਜਿਹੜੀ ਵਰਖਾ ਹੈ ਉਹ ਦੁਖਦਾਈ ਹੈ। ਔਰ ਕਈ ਵਿਦਵਾਨਾਂ ਨੇ, ਕਈ ਸਿਆਣੇ ਪੁਰਖਾਂ ਨੇ ਇਹਦੀ ਪਰਖ ਵੀ ਕੀਤੀ ਹੈ। ਜਵਾਹਾਂ ਦੇ ਬੂਟੇ ਉੱਤੇ ਉਹਨਾਂ ਨੇ ਪਾਣੀ ਪਾ ਕੇ ਵੇਖਿਆ, ਉਹਨੂੰ ਪਾਣੀ ਜਿਹੜਾ ਸੰਗਤ ਜੀ ਉਹ ਸੁਖਦਾਈ ਨਹੀਂ ਲੱਗਦਾ, ਉਸੇ ਵੇਲੇ ਸੁੱਕ ਜਾਂਦਾ ਹੈ। ਤੇ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਿ ਇਸ ਮਨੁੱਖਾ ਦੇਹ ਰੂਪੀ ਸਾਵਣ ਦੇ ਮਹੀਨੇ ਅੰਦਰ ਜਿੱਥੇ ਗੁਰੂ ਰੂਪ ਬੱਦਲ
ਨਾਮ ਬਾਣੀ ਦੀ ਵਰਖਾ ਕਰਦੇ ਹਨ ਤੇ ਜੀਵਾਂ ਨੂੰ ਹਰਿਆਵਲਤਾ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਖੁਸ਼ੀਆਂ ਕਿਹੜੇ ਪ੍ਰਾਪਤ ਹੁੰਦੇ ਨੇ? ਪਰ ਸੰਗਤ ਜੀ ਉੱਥੇ ਅੱਕ ਵਰਗੇ ਜਵਾਹ ਵਰਗੇ ਜਿਹੜੇ ਮਨਮੁਖ ਨੇ ਨਾ, ਉਹਨਾਂ ਨੂੰ ਗੁਰੂ ਦਾ ਉਪਦੇਸ਼ ਚੰਗਾ ਨਹੀਂ ਲੱਗਦਾ, ਉਹਨਾਂ ਦੇ ਹਿਰਦੇ ਕੁਮਲਾ ਜਾਂਦੇ ਨੇ। ਪਰ ਗੁਰਮੁਖਾਂ ਨੂੰ ਪ੍ਰਸੰਨਤਾ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਸਾਵਣ ਜੇ ਵਸੈ ਚਾਹੋ ਉਮਾਹ ਹੋਏ। ਸਾਵਣ ਦੇ ਮਹੀਨੇ ਜੇ ਵਰਖਾ ਪਵੇ ਤੇ ਸਤਿਗੁਰੂ ਜੀ ਕਹਿੰਦੇ 4 ਜਣਿਆਂ ਨੂੰ ਖੁਸ਼ੀ ਹੁੰਦੀ ਹੈ। ਨਾਗਾਂ, ਮਿਰਗਾਂ, ਰਸੀਆਂ ਘਰ ਭੰਨ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਜਿਵੇਂ ਪਾਣੀ ਉੱਭਰਦਾ ਹੈ ਨਾ, ਵਰਖਾ ਪੈਂਦੀ ਹੈ, ਹਰਨਾਂ ਨੂੰ ਖੁਸ਼ੀ ਹੁੰਦੀ ਹੈ। ਇਸ ਤਰ੍ਹਾਂ ਸੰਗਤ ਜੀ ਮੱਛੀਆਂ ਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਮੱਛੀ ਦਾ ਪਿਆਰ ਪਾਣੀ ਨਾਲ ਹੈ। ਜਿਵੇਂ ਜਿਵੇਂ ਪਾਣੀ ਬਹੁਤ ਹੁੰਦਾ ਹੈ, ਤਿਵੇਂ ਤਿਵੇਂ ਮੱਛੀ ਨੂੰ ਪ੍ਰਸੰਨਤਾ ਹੁੰਦੀ ਹੈ। ਪਰ ਜਿਵੇਂ ਜਿਵੇਂ ਪਾਣੀ ਘਟ ਜਾਵੇ ਤੇ ਉਹ ਮੱਛੀ ਪਾਣੀ ਤੋਂ ਬਗੈਰ ਤੜਫ ਤੜਫ ਕੇ ਮਰ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਜਿਹੜੇ ਰਸੀ ਹਨ, ਜਿਨ੍ਹਾਂ ਦੇ ਕੋਲ ਧਨ ਪਦਾਰਥ ਹੈ, ਉਹਨਾਂ ਨੂੰ ਵੀ ਸਾਵਣ ਦੇ ਮਹੀਨੇ ਅੰਦਰ ਜਦੋਂ ਵਰਖਾ ਪੈਂਦੀ ਹੈ ਤੇ ਪ੍ਰਸੰਨਤਾ ਹੁੰਦੀ ਹੈ, ਖੁਸ਼ੀ ਹੁੰਦੀ ਹੈ। ਪਰ ਨਾਲ ਹਜ਼ੂਰ ਨੇ ਜ਼ਿਕਰ ਕੀਤਾ, ਨਾਨਕ ਸਾਵਣ ਜੇ ਵਸੈ ਚਾਹੋ ਵਿਛੋੜਾ ਹੋਏ। ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ। ਸਤਿਗੁਰੂ ਜੀ ਕਹਿੰਦੇ ਇਹਨਾਂ ਚੌਹਾਂ ਨੂੰ ਸਾਵਣ ਦੇ ਮਹੀਨੇ ਦੀ ਜਿਹੜੀ ਵਰਖਾ ਹੈ ਨਾ, ਇਹ ਦੁਖਦਾਈ ਭਾਸਦੀ ਹੈ। ਗਾਵਾਂ ਦੇ ਪੁੱਤਰ ਬਲਦ, ਜਦੋਂ ਮੀਂਹ ਪੈਂਦਾ ਤੇ ਜ਼ਿਮੀਂਦਾਰ ਪੁਰਾਤਨ ਸਮੇਂ, ਹੁਣ ਦੇ ਸਮੇਂ ਤਾਂ ਸੰਗਤ ਜੀ ਅੱਜ ਕੱਲ ਮਸ਼ੀਨਰੀ ਦਾ ਯੁੱਗ ਹੈ। ਪੁਰਾਣੇ ਸਮੇਂ ਬਲਦਾਂ ਦੇ ਨਾਲ ਹਲ ਵਾਹੇ ਜਾਂਦੇ ਸੀ, ਧਾਨ ਲਾਉਣ ਵਾਸਤੇ, ਝੋਨਾ ਆਦਿ ਲਾਉਣ ਵਾਸਤੇ। ਚਿੱਕੜ ਦੇ ਵਿੱਚ ਉਹਨਾਂ ਬਲਦਾਂ ਦੇ ਨਾਲ ਹਲ ਜੋਇਆ ਜਾਂਦਾ ਸੀ। ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਵਰਖਾ ਪੈਂਦੀ ਤੇ ਉਹ ਗਾਵਾਂ ਦੇ ਪੁੱਤਰ ਬਲਦਾਂ ਨੂੰ ਜ਼ਿਮੀਂਦਾਰ ਫੜ ਕੇ ਹਲੇ ਜੋ ਲੈਂਦੇ ਸਨ। ਗਾਈ ਪੁੱਤਾਂ ਨਿਰਧਨਾ, ਅਤੇ ਜਿਹੜੇ ਨਿਰਧਨ ਨੇ, ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤ ਜੀ ਦਿਹਾੜੀ ਕਰਦੇ ਨੇ ਨਾ, ਤੇ ਉਹੀ ਸ਼ਾਮ ਨੂੰ ਲਿਆਣ ਕੇ ਉਹ ਆਪ ਦਾ ਰਸਤ ਪਾਣੀ ਲਿਆਣ ਕੇ ਤੇ ਪ੍ਰਸ਼ਾਦਾ ਬਣਾ ਕੇ ਛਕਦੇ ਨੇ। ਜਦੋਂ ਵਰਖਾ ਪੈਂਦੀ ਹੈ, ਕਾਰੋਬਾਰਾਂ ਦੇ ਵਿੱਚ ਵਿਘਨ ਪੈ ਜਾਂਦੇ ਨੇ, ਕਾਰੋਬਾਰ ਖਲੋ ਜਾਂਦੇ ਨੇ, ਤਾਂ ਉਹਨਾਂ ਨਿਰਧਨਾਂ ਨੂੰ ਵੀ ਸੰਗਤ ਜੀ ਇਹ ਵਰਖਾ ਦੁਖਦਾਈ ਲੱਗਦੀ ਹੈ। ਔਰ ਇਸ ਤਰ੍ਹਾਂ ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ। ਤੇ ਸੰਗਤ ਜੀ ਜਿਹੜੇ ਪੰਥੀ ਰਾਹਗੀਰ ਨੇ, ਰਾਹਾਂ ਤੇ ਚੱਲਣ ਵਾਲੇ, ਵਰਖਾ ਦੇ ਨਾਲ ਜਦੋਂ ਰਸਤਿਆਂ ਦੇ ਵਿੱਚ ਪਾਣੀ ਭਰ ਜਾਂਦਾ ਸੀ ਨਾ ਪੁਰਾਤਨ ਸਮੇਂ, ਤੇ ਰਾਹਾਂ ਤੇ ਚੱਲਣ ਵਾਲਿਆਂ ਵਾਸਤੇ ਵੀ ਬੜੀ ਮੁਸ਼ਕਲ ਆਉਂਦੀ ਸੀ। ਉਹਨਾਂ ਨੂੰ ਕਈ ਮਹੀਨੇ ਅਟਕਣਾ ਪੈਂਦਾ ਸੀ। ਇਸ ਤਰ੍ਹਾਂ ਚਾਕਰ ਜਿਹੜੇ ਨੌਕਰੀ ਕਰਨ ਵਾਲੇ ਸੀ, ਉਹਨਾਂ ਨੂੰ ਵੀ ਵਰਖਾ ਦੇ ਕਾਰਨ ਸੰਗਤ ਜੀ ਦਿੱਕਤ ਆਉਂਦੀ ਹੈ। ਸਤਿਗੁਰੂ ਜੀ ਕਹਿੰਦੇ ਇਹ 4 ਨੇ
ਜਿਨ੍ਹਾਂ ਨੂੰ ਵਰਖਾ ਪੈਣ ਕਰਕੇ ਵਿਛੋੜਾ ਪ੍ਰਾਪਤ ਹੁੰਦਾ ਹੈ, ਤੇ ਉਧਰ 4 ਹਨ ਜਿਨ੍ਹਾਂ ਨੂੰ ਵਰਖਾ ਪੈਣ ਕਰਕੇ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਗੁਰਮੁਖ ਗੁਰਸਿੱਖ ਜਦੋਂ ਮਨੁੱਖਾ ਦੇਹੀ ਦੇ ਅੰਦਰ ਸਤਿਗੁਰੂ ਜੀ ਦਾ ਉਪਦੇਸ਼ ਪ੍ਰਾਪਤ ਕਰਦੇ ਹਨ ਤੇ ਉਹਨਾਂ ਨੂੰ ਖੁਸ਼ੀਆਂ, ਖੇੜੇ, ਪ੍ਰਸੰਨਤਾ ਪ੍ਰਾਪਤ ਹੁੰਦੀ ਹੈ। ਪਰ ਮਨਮੁਖ, ਨਿੰਦਕ, ਚੁਗਲ ਇਹਨਾਂ ਨੂੰ ਗੁਰੂ ਦਾ ਉਪਦੇਸ਼ ਚੰਗਾ ਨਹੀਂ ਲੱਗਦਾ। ਸੰਗਤ ਜੀ, ਇਹਨਾਂ ਨੂੰ ਗੁਰੂ ਦਾ ਉਪਦੇਸ਼ ਦੁਖਦਾਈ ਵਿਆਪਦਾ ਹੈ। ਤੇ ਹਜ਼ੂਰ ਅੱਜ ਦੇ ਇਸ ਪਾਵਨ ਪੌੜੀ ਅੰਦਰ ਦਰਸਾ ਰਹੇ ਹਨ। ਮਨ ਤਨ ਰਤਾ ਸਚ ਰੰਗ, ਇੱਕੋ ਨਾਮ ਆਧਾਰ। ਸੰਗਤ ਜੀ, ਜਿਨ੍ਹਾਂ ਜੀਵ ਇਸਤਰੀਆਂ ਦਾ ਗੁਰੂ ਸ਼ਬਦ ਨਾਲ ਪਿਆਰ ਹੈ, ਉਹਨਾਂ ਦਾ ਹਜ਼ੂਰ ਕਹਿੰਦੇ ਮਨ ਤੇ ਤਨ, ਮਨ ਤੇ ਸਰੀਰ ਵਾਹਿਗੁਰੂ ਦੇ ਸੱਚੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਹੈ। ਇੱਕੋ ਨਾਮ ਆਧਾਰ, ਤੇ ਉਹਨਾਂ ਨੂੰ ਇੱਕ ਨਾਮ ਦਾ ਹੀ ਆਧਾਰ ਆਸਰਾ ਹੈ। ਉਹ ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਕੋਈ ਆਸਰਾ ਨਹੀਂ ਤੱਕਦੇ, ਇੱਧਰ ਉੱਧਰ ਨਹੀਂ ਭੱਜਦੇ। ਉਹਨਾਂ ਨੇ ਇੱਕੋ ਹੀ ਆਸਰਾ ਪਰਮੇਸ਼ਰ ਦੇ ਨਾਮ ਤੇ ਰੱਖਿਆ ਹੋਇਆ ਹੈ ਕਿ ਜੋ ਵੀ ਕਰਨ ਕਰਵਾਉਣ ਵਾਲਾ ਉਹ ਪਰਮੇਸ਼ਰ ਹੈ। ਤੇ ਪਰਮੇਸ਼ਰ ਨੂੰ ਯਾਦ ਕਰੀਏ ਤੇ ਸੰਗਤ ਜੀ, ਉਹ ਹਰ ਥਾਂ ਤੇ ਹੀ ਸਹਾਇਤਾ ਕਰਦਾ ਹੈ, ਇਸ ਜੀਵ ਦੀ ਬਾਹ ਫੜਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਇੱਕ ਨਾਮ ਦਾ ਆਧਾਰ ਹੈ, ਜਿਨ੍ਹਾਂ ਨੂੰ ਇੱਕ ਨਾਮ ਦਾ ਆਸਰਾ ਹੈ, ਉਹ ਸੰਗਤ ਜੀ ਧਾਗੇ ਟੂਣਿਆਂ ਵਾਲੇ ਪਾਸੇ, ਅਸਵਾ ਮੜੀਆਂ ਮਸਾਣਾ ਵਾਲੇ ਪਾਸੇ, ਜਾਂ ਉਹ ਇੱਧਰ ਉੱਧਰ ਹੋਰ ਕਿਸੇ ਮਨੁੱਖਾਂ ਦੇ ਪਾਸ ਨਹੀਂ ਦੌੜਦੇ। ਉਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਣ ਕਰਕੇ ਟਿਕਿਆ ਹੈ। ਉਹਨਾਂ ਨੂੰ ਇੱਕ ਨਾਮ ਦਾ ਹੀ ਆਸਰਾ ਹੈ, ਜਿਨ੍ਹਾਂ ਦਾ ਮਨ ਤੇ ਤਨ ਵਾਹਿਗੁਰੂ ਦੇ ਸੱਚੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਹੈ। ਵਿਖਿਆ ਰੰਗ ਕੁੜਾਵਿਆ, ਦਿਸਨ ਸਭੇ ਸ਼ਹਿਰ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਿਖਿਆ ਦੇ ਰੰਗ ਨੇ ਨਾ, ਵਿਖਿਆ ਦਾ ਪ੍ਰੇਮ, ਵਿਸ਼ਿਆ ਵਿਕਾਰਾਂ ਦਾ ਪਿਆਰ, ਸਤਿਗੁਰੂ ਜੀ ਕਹਿੰਦੇ ਇਹ ਸਾਰਾ ਕੂੜਾ ਹੈ, ਝੂਠਾ ਹੈ। ਅਥਵਾ ਮਾਇਆਵਕੀ ਪਦਾਰਥਾਂ ਦਾ ਜਿੰਨਾ ਪਿਆਰ ਹੈ, ਇਹ ਸਾਰਾ ਭਾਈ ਝੂਠਾ ਹੈ। ਜਿੰਨਾ ਅਸੀਂ ਮਾਇਆ ਕਰਕੇ ਇਹਨਾਂ ਪਦਾਰਥਾਂ ਨਾਲ ਪਿਆਰ ਕਰਦੇ ਹਾਂ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਾਰਾ ਝੂਠਾ ਹੈ। ਦਿਸਣ ਸਭੇ ਛਾਰ, ਜਿਨ੍ਹਾਂ ਨੇ ਵੀ ਇਹਨਾਂ ਮਾਇਆਵਕੀ ਪਦਾਰਥਾਂ ਨਾਲ ਪਿਆਰ ਕੀਤਾ ਅਥਵਾ ਵਿਸ਼ਿਆ ਵਿਕਾਰਾਂ ਨਾਲ ਪਿਆਰ ਕੀਤਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਛਾਰ ਸਵਾਰ ਰੂਪ ਹੋ ਕੇ ਦਿਸ ਰਹੇ ਹਨ। ਸੰਗਤ ਜੀ, ਜਿੱਥੇ ਇਹ ਸਾਰੇ ਵਿਕਾਰ ਮਾਇਆਵਕੀ ਪਦਾਰਥਾਂ ਦੇ ਪ੍ਰੇਮ ਝੂਠੇ ਹਨ, ਉੱਥੇ ਇਹਨਾਂ ਨਾਲ ਪ੍ਰੇਮ ਕਰਨ ਵਾਲੇ ਵੀ ਝੂਠੇ ਸਾਬਤ ਹੋ ਰਹੇ ਹਨ, ਉਹ ਵੀ ਸੁਭਾਅ ਵਾਂਗ ਦਿਸ ਰਹੇ ਹਨ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਅੰਮ੍ਰਿਤ ਬੂੰਦ ਸੁਹਾਵਣੀ, ਹਰੀ ਪਰਮੇਸ਼ਰ ਦੇ ਨਾਮ ਦੀ ਅੰਮ੍ਰਿਤ ਬੂੰਦ ਜਿਹੜੀ ਹੈ ਨਾ, ਇਹ ਸ਼ੋਭਨੀਕ ਹੈ। ਸੰਗਤ ਜੀ, ਵਿਦਵਾਨਾਂ ਨੇ ਇਹਨੂੰ ਸਵੰਤੀ ਬੂੰਦ ਵੀ ਕਿਹਾ ਹੈ।
ਸਵੰਤੀ ਬੂੰਦ ਬਾਰੇ ਵਿਦਵਾਨਾਂ ਦੀ ਵਿਚਾਰ ਹੈ ਕਿ ਜੇ ਇਹ ਸਵੰਤੀ ਬੂੰਦ ਕੱਲਰੀ ਧਰਤੀ ਤੇ ਪੈ ਜਾਵੇ ਤੇ ਉਹ ਧਰਤੀ ਉਪਜਾਊ ਹੋ ਜਾਂਦੀ ਹੈ। ਜੇ ਇਹ ਕੇਲੇ ਤੇ ਪੈ ਜਾਵੇ ਤੇ ਕਪੂਰ ਬਣ ਜਾਂਦਾ ਹੈ। ਇਸ ਤਰ੍ਹਾਂ ਸੰਗਤ ਜੀ ਜੇ ਕਿਤੇ ਇਹ ਟਾਹਲੀ ਤੇ ਪੈ ਜਾਵੇ ਤੇ ਉਹ ਚੰਦਨ ਬਣ ਜਾਂਦੀ ਹੈ। ਔਰ ਜੇ ਸੱਪ ਦੇ ਮੂੰਹ ਵਿੱਚ ਪੈ ਜਾਵੇ ਤੇ ਉਹ ਜ਼ਹਿਰ ਬਣ ਜਾਂਦਾ ਹੈ। ਤੇ ਜੇ ਗਿੱਦੜ ਦੇ ਮੂੰਹ ਵਿੱਚ ਪੈ ਜਾਵੇ ਤੇ ਹਜੂਰ ਕਹਿੰਦੇ ਉਹਨੂੰ ਹਲਕਾ ਹੋ ਜਾਂਦਾ ਹੈ। ਇਹ ਸਵੰਤੀ ਬੂੰਦ ਵੀ ਇਸ ਤਰ੍ਹਾਂ ਹੈ, ਕਈਆਂ ਨੂੰ ਸੁਖ ਦੇਣ ਵਾਲੀ ਹੈ ਤੇ ਕਈਆਂ ਨੂੰ ਇਹ ਦੁਖਦਾਇਕ ਹੈ। ਸੰਗਤ ਜੀ ਇਹ ਅੰਮ੍ਰਿਤ ਬੂੰਦ ਵੀ ਕਈਆਂ ਨੂੰ ਚੰਗੀ ਲੱਗਦੀ ਹੈ ਤੇ ਕਈਆਂ ਨੂੰ ਨਹੀਂ ਚੰਗੀ ਲੱਗਦੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਨਾਮ ਪਰਮੇਸ਼ਰ ਦੇ ਨਾਮ ਦੀ ਜਿਹੜੀ ਅੰਮ੍ਰਿਤ ਬੂੰਦ ਹੈ ਨਾ, ਇਹ ਸ਼ੋਭਨੀਕ ਹੈ। ਪਰ ਇਹਨੂੰ ਪੀਂਦਾ ਕੌਣ ਹੈ? ਮਿਲ ਸਾਧੂ ਪੀਵੜਹਾਰ। ਸੰਗਤ ਜੀ ਜਿਹੜੇ ਸਾਧੂ ਨੇ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ, ਆਪਣੇ ਮਨ ਦੇ ਸੰਕਲਪ ਵਿਕਲਪ ਫੁਰਨੇ ਇਤਿਆਦਿਕ ਰੋਕ ਲੈ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਾਧੂ ਮਿਲ ਕੇ ਇਸ ਅੰਮ੍ਰਿਤ ਬੂੰਦ ਨੂੰ ਪੀਵਣ ਵਾਲੇ ਹੋਏ ਨੇ। ਅਥਵਾ ਉਹ ਪਰਮੇਸ਼ਰ ਵਾਹਿਗੁਰੂ ਜਿਨ੍ਹਾਂ ਤੇ ਬਖਸ਼ਿਸ਼ ਕਰਦਾ ਸੰਗਤ ਜੀ, ਉਹਨਾਂ ਨੂੰ ਇਹ ਅੰਮ੍ਰਿਤ ਬੂੰਦ ਪ੍ਰਾਪਤ ਹੁੰਦੀ ਹੈ। ਉਹਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦੇ ਵੱਡੇ ਭਾਗ ਹੋਣ। ਜਿਵੇਂ ਇੱਕ ਬੋਹੜ ਦਾ ਬੂਟਾ, ਜਿੰਨੇ ਉਹਨੂੰ ਪੱਤੇ ਲੱਗੇ ਹੋਣ, ਸੰਗਤ ਜੀ ਇੰਨੇ ਚੰਗੇ ਕਰਮ ਕੀਤੇ ਹੋਣ ਤਾਂ ਮਨੁੱਖਾ ਜਨਮ ਦੀ ਪ੍ਰਾਪਤੀ ਹੁੰਦੀ ਹੈ। ਜਿੰਨੀਆਂ ਬੋਹੜ ਨੂੰ ਗੋਲਾਂ ਲੱਗੀਆਂ ਨੇ, ਇੰਨੇ ਚੰਗੇ ਕਰਮ ਕੀਤੇ ਹੋਣ ਤੇ ਗੁਰਸਿੱਖਾਂ ਦੇ ਘਰ ਵਿੱਚ ਜਨਮ ਪ੍ਰਾਪਤ ਹੁੰਦਾ ਹੈ। ਜਿੰਨੇ ਉਹਨਾਂ ਗੋਲਾਂ ਦੇ ਅੰਦਰ ਬੀਜ ਹਨ, ਇੰਨੇ ਚੰਗੇ ਕਰਮ ਕੀਤੇ ਹੋਣ ਤਾਂ ਫਿਰ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਸੰਗਤ ਜੀ ਵੱਡਿਆਂ ਭਾਗਾਂ ਵਾਲਿਆਂ ਨੂੰ ਅੰਮ੍ਰਿਤ ਦੀ ਦਾਤ ਮਿਲਦੀ ਹੈ। ਉਹ ਵੱਡਿਆਂ ਭਾਗਾਂ ਵਾਲੇ ਮਿਲ ਕਰਕੇ ਹੀ ਇਸ ਸੁਹਾਵਣੀ ਅੰਮ੍ਰਿਤ ਬੂੰਦ ਨੂੰ ਪੀਂਦੇ ਹਨ। ਵਣ ਤਿੰਨ ਪ੍ਰਭ ਸੰਗ ਮੋਹਲਿਆ, ਸਮਰੱਥ ਪੁਰਖ ਅਪਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਸਾਵਣ ਦੇ ਮਹੀਨੇ ਵਿੱਚ ਵਰਖਾ ਹੋਣ ਕਰਕੇ ਵਣ ਮਹਿਣੇ ਜੰਗਲ, ਤਿੰਨ ਮਹਿਣੇ ਘਾਹ ਕੱਖ ਵਡਾਸਪਤੀ ਇਤਿਆਦਿਕ ਇਹ ਸਾਰੇ ਮੌਲ ਜਾਂਦੇ ਨੇ, ਪ੍ਰਫੁੱਲਤ ਹੁੰਦੇ ਹਨ। ਇਸ ਤਰ੍ਹਾਂ ਜਦੋਂ ਸਮਰੱਥ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਾਵਨ ਉਪਦੇਸ਼ ਜੀਵ ਨੂੰ ਪ੍ਰਾਪਤ ਹੁੰਦਾ ਤੇ ਸੰਗਤ ਜੀ ਇਸ ਜੀਵ ਦਾ ਮਨ ਜਿਹੜਾ ਹੈ ਨਾ ਜੰਗਲ ਵਰਗਾ, ਅਥਵਾ ਇਹਦੇ ਇੰਦਰੇ ਜਿਹੜੇ ਨੇ ਘਾਹ ਕੱਖ ਵਰਗੇ, ਇਹ ਸਾਰੇ ਹੀ ਪ੍ਰਭੂ ਦੇ ਨਾਲ ਮਿਲ ਕਰਕੇ ਮੌਲ ਉੱਠਦੇ ਨੇ। ਇਹਨਾਂ ਨੂੰ ਪ੍ਰਸੰਨਤਾ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਦੇ ਸਿਮਰਨ ਕਰਨ ਕਰਕੇ। ਵਣ ਤਿੰਨ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਉਹ ਪੁਰਖ ਪਰਮੇਸ਼ਰ ਵਾਹਿਗੁਰੂ ਸਮਰੱਥ ਹੈ, ਪਾਰਾਵਾਰ ਤੋਂ ਰਹਿਤ ਹੈ। ਹਰ ਮਿਲਣ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਨੂੰ ਮਿਲਣ ਵਾਸਤੇ ਮਨ ਲੋਚਦਾ ਹੈ, ਜੀ ਕਰਦਾ ਹੈ ਕਿ ਉਸ ਮਾਲਕ ਨੂੰ ਮਿਲੀਏ। ਹਰੇਕ ਦਾ ਹੀ ਸੰਗਤ ਜੀ ਕਰਦਾ ਹੈ ਜਦੋਂ ਕੋਈ ਉਸ ਮਾਲਕ ਦੀ ਵਿਚਾਰ ਸਰਵਣ ਕਰਦਾ ਹੈ ਨਾ, ਤੇ ਉਹਦੇ ਮਨ ਵਿੱਚ ਇਹ ਚਾਅ ਪੈਦਾ ਹੁੰਦਾ ਹੈ ਕਿ ਮੈਂ ਵੀ ਉਸ ਪਰਮੇਸ਼ਰ ਨੂੰ ਮਿਲਾਂ। ਪਰ ਹਜੂਰ ਕਹਿੰਦੇ ਨੇ ਕਰਮ ਮਿਲਾਵਣ ਹਾਰ। ਸੰਗਤ ਜੀ
ਜਿੰਨਾ ਚਿਰ ਕਰਮ ਉਹਦੀ ਬਖਸ਼ਿਸ਼ ਨਾ ਹੋਵੇ ਉਹਨਾਂ ਚਿਰ ਮਿਲਿਆ ਨਹੀਂ ਜਾ ਸਕਦਾ। ਕਰਮਾਂ ਦਾ ਅਰਥ ਕਰਮ ਵੀ ਕੀਤੇ ਨੇ, ਚੰਗੇ ਕਰਮ ਜਿਹੜੇ ਨੇ ਉਹ ਪਰਮੇਸ਼ਰ ਨਾਲ ਮਿਲਾਉਂਦੇ ਹਨ, ਤੇ ਜਿਹੜੇ ਬੁਰੇ ਕਰਮ ਨੇ ਸੰਗਤ ਜੀ, ਮਾੜੇ ਕਰਮ ਨੇ, ਉਹ ਸਾਨੂੰ ਪਰਮੇਸ਼ਰ ਤੋਂ ਦੂਰ ਕਰਦੇ ਹਨ। ਪਰ ਇੱਥੇ ਕਰਮ ਜੋ ਸ਼ਬਦ ਹੈ ਉਹ ਮੰਮੇ ਨੂੰ ਸਿਹਾਰੀ ਲੱਗੀ ਹੋਣ ਕਰਕੇ ਇਹਦਾ ਅਰਥ ਹੈ ਬਖਸ਼ਿਸ਼। ਇਹ ਫਾਰਸੀ ਦਾ ਸ਼ਬਦ ਹੈ, ਫਾਰਸੀ ਦੇ ਵਿੱਚ ਇਹਨੂੰ ਕਹਿੰਦੇ ਨੇ ਕਰਮਮ। ਕਰਮਮ ਦਾ ਅਰਥ ਹੈ ਬਖਸ਼ਿਸ਼। ਤੇ ਹਜ਼ੂਰ ਕਹਿੰਦੇ ਨੇ ਜਿੰਨਾ ਚਿਰ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ, ਉਹ ਮਿਲਾਵਣ ਵਾਲਾ ਆਪ ਜਿੰਨਾ ਚਿਰ ਬਖਸ਼ਿਸ਼ ਨਹੀਂ ਕਰਦਾ, ਉਹਨਾਂ ਚਿਰ ਸੰਗਤ ਜੀ ਇਹ ਜੀਵ ਉਸ ਮਾਲਕ ਨੂੰ ਮਿਲ ਨਹੀਂ ਸਕਦਾ। ਜਿਨ ਸਖੀਏ ਪ੍ਰਭ ਪਾਇਆ, ਹਉ ਤਿਨ ਕੈ ਸਦ ਬਲਹਾਰ। ਹਜ਼ੂਰ ਕਹਿੰਦੇ ਜਿਨ੍ਹਾਂ ਜੀਵ ਰੂਪ ਸਖੀਆਂ ਨੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਜਿਹੜੀਆਂ ਮਹਾਤਮਾ ਰੂਪ ਸਖੀਆਂ ਪ੍ਰਭੂ ਪਰਮਾਤਮਾ ਨਾਲ ਇੱਕ ਮਿਕ ਹੋਈਆਂ, ਸਤਿਗੁਰੂ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਬਲਿਹਾਰ ਦੇ ਅਰਥ ਵਿਦਵਾਨਾਂ ਨੇ ਹੋਰ ਵੀ ਕੀਤੇ ਨੇ। ਬਾਲਹਾਰ, ਜਿਹੜੇ ਆਪਣਾ ਬਾਲਹਾਰ ਜਾਂਦੇ ਨੇ ਸੰਗਤ ਜੀ, ਜਿਹੜੇ ਆਪਣੇ ਹੋਰ ਜਿਨ੍ਹਾਂ ਦੇ ਉੱਤੇ ਟੇਕ ਰੱਖਦੇ ਨੇ ਉਹਨਾਂ ਦਾ ਵੀ ਬਲ ਜਦੋਂ ਹਾਰ ਜਾਂਦੇ ਨੇ, ਜਿਵੇਂ ਦ੍ਰੋਪਦੀ ਨੇ 4 ਚੁਫੇਰਿਓਂ ਬਲ ਨੂੰ ਹਾਰ ਕਰਕੇ ਤੇ ਫਿਰ ਪਰਮਾਤਮਾ ਤੋਂ ਬਲਿਹਾਰ ਜਾਣਾ ਕੀਤਾ। ਆਖਿਆ ਪ੍ਰਭੂ ਹੁਣ ਤੇਰੇ ਤੋਂ ਬਗੈਰ ਮੇਰੀ ਕੋਈ ਲਾਜ ਰੱਖਣ ਵਾਲਾ ਨਹੀਂ, ਆਪ ਕਿਰਪਾ ਕਰਕੇ ਮੇਰੀ ਲਾਜ ਰੱਖੋ। ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਸਖੀਆਂ ਤੋਂ, ਉਹਨਾਂ ਜੀਵ ਇਸਤਰੀਆਂ ਤੋਂ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਨਾਨਕ ਹਰਿ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਹਜ਼ੂਰ ਕਥਨ ਕਰਦੇ ਨੇ ਵਾਹਿਗੁਰੂ ਜੀ ਸਾਡੇ ਤੇ ਦਇਆ ਦ੍ਰਿਸ਼ਟੀ ਕਰੋ। ਸੰਗਤ ਜੀ ਜਿਨ੍ਹਾਂ ਨੇ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕੀਤੀ, ਉਹਨਾਂ ਦੀ ਅਰਦਾਸ ਪ੍ਰਵਾਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਉਹਨਾਂ ਤੇ ਦਇਆ ਦ੍ਰਿਸ਼ਟੀ ਕਰਦਾ ਹੈ। ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦਾ ਜਨਮ ਨਗਰ ਪੂਲਾ ਪਿੰਡ ਹੈ, ਮਾਤਾ ਧਰਮ ਕੌਰ ਜੀ ਦੀ ਕੁੱਖੋਂ ਭਾਈ ਜੋਧ ਸਿੰਘ ਜੀ ਦੇ ਘਰ ਅੰਦਰ 23 ਅੱਸੂ ਸਨ 1720 ਈਸਵੀ ਨੂੰ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ। ਪਰਿਵਾਰ ਗੁਰਸਿੱਖ ਸੀ, ਭਾਉ ਭਗਤ ਵਾਲਾ ਸੀ। ਮਾਤਾ ਬਾਣੀ ਪੜਨ ਵਾਲੀ ਸੀ ਸੰਗਤ ਜੀ, ਬਾਣੀ ਨਾਲ ਜੁੜੀ ਹੋਈ ਸੀ ਮਾਤਾ। ਭਾਈ ਤਾਰੂ ਸਿੰਘ ਜੀ ਦੀ ਪਾਲਣਾ ਹੋਈ ਔਰ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਭਾਈ ਤਾਰੂ ਸਿੰਘ ਜੀ ਦੀ ਉਮਰ 25 ਸਾਲ ਦੀ ਸੀ ਜਦੋਂ ਭਾਈ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ। ਸੰਗਤ ਜੀ ਭਾਈ ਸਾਹਿਬ ਜੀ ਪਰਉਪਕਾਰੀ ਜੀਵਨ ਵਾਲੇ ਸਨ, ਕਿਉਂਕਿ ਵਾਹਿਗੁਰੂ ਦੀ ਦਇਆ ਦ੍ਰਿਸ਼ਟੀ ਸੀ ਉਹਨਾਂ ਤੇ। ਆਪ ਅੰਮ੍ਰਿਤਧਾਰੀ ਨਿਤਨੇਮੀ ਗੁਰੂ ਕੀ ਬਾਣੀ ਦੇ ਰਸੀਏ ਸਿਮਰਨ ਭਜਨ ਵਾਲੇ ਸਨ, ਨਾਲ ਖੇਤੀਬਾੜੀ ਦਾ ਕਾਰੋ ਵਿਹਾਰ ਕਰਿਆ ਕਰਦੇ ਸੀ। ਆਏ ਗਏ ਗੁਰਸਿੱਖਾਂ ਦੀ ਸੇਵਾ ਵੀ ਭਾਵ ਦੇ ਨਾਲ ਪ੍ਰੇਮ ਨਾਲ ਕਰਿਆ ਕਰਦੇ ਸਨ। ਇੱਕ ਵਾਰੀ ਭਾਈ ਤਾਰੂ ਸਿੰਘ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਖੇਤਾਂ ਦੇ ਦੁਆਲੇ ਦੁਆਲੇ ਟਹਿਲ ਰਹੇ ਸਨ, ਨਾਲੇ ਮੁਖੋਂ ਬਾਣੀ ਦਾ ਉਚਾਰਨ ਕਰ ਰਹੇ ਸੀ।
ਇੱਕ ਬਜ਼ੁਰਗ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ। ਆਪ ਉਧਰਲੇ ਪਾਸੇ ਨੂੰ ਹੋਏ, ਜਾ ਕੇ ਪੁੱਛਿਆ, ਬਜ਼ੁਰਗਾ ਤੂੰ ਕਿਉਂ ਰੋਣਾ ਹੈ, ਕੀ ਕਾਰਨ ਹੈ? ਕਹਿਣ ਲੱਗਾ, ਸੋ ਲਾਹੌਰ ਦਾ ਨਵਾਬ ਮੇਰੀ ਨੌਜਵਾਨ ਲੜਕੀ ਨੂੰ ਚੁੱਕ ਕੇ ਲੈ ਗਿਆ ਹੈ। ਮੈਂ ਫਰਿਆਦੀ ਹੋਣ ਵਾਸਤੇ ਗਿਆ ਸਾਂ, ਪਰ ਕਿਸੇ ਨੇ ਮੇਰੀ ਪੁਕਾਰ ਨਹੀਂ ਸੁਣੀ, ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਹੈ। ਭਾਈ ਤਾਰੂ ਸਿੰਘ ਜੀ ਨੇ ਪੁੱਛਿਆ, ਤੁਹਾਡਾ ਨਾਮ ਕੀ ਹੈ? ਕਹਿਣ ਲੱਗਾ, ਜੀ ਮੇਰਾ ਨਾਮ ਸੋ ਰਹੀਮ ਬਖਸ਼ ਹੈ। ਉਹਨੂੰ ਮਾਛੀ ਕਹਿ ਕੇ ਕਿਹਾ ਜਾਂਦਾ ਸੀ। ਤੇ ਭਾਈ ਸਾਹਿਬ ਜੀ ਨੇ ਹੌਸਲਾ ਦਿੱਤਾ, ਕਹਿਣ ਲੱਗੇ, ਬਾਬਾ ਤੂੰ ਰੋ ਨਾ, ਜੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪਾਇਆ ਤੇ ਤੇਰੀ ਬੱਚੀ ਤੇਰੇ ਕੋਲ ਪਹੁੰਚ ਜਾਵੇਗੀ। ਭਾਈ ਤਾਰੂ ਸਿੰਘ ਜੀ ਨੇ ਸਿੰਘਾਂ ਨੂੰ ਖਬਰ ਕੀਤੀ। ਸਿੰਘ ਉਦੋਂ ਜੰਗਲ ਬੇਲਿਆਂ ਵਿੱਚ ਰਿਹਾ ਕਰਦੇ ਸਨ। ਸੰਗਤ ਜੀ, ਭਾਈ ਤਾਰੂ ਸਿੰਘ ਜੀ ਦਾ ਸੁਨੇਹਾ ਸੁਣ ਕੇ ਸਿੰਘ ਦੌੜੇ ਆਏ। ਪੁੱਛਿਆ, ਭਾਈ ਸਾਹਿਬ ਦੱਸੋ ਕੀ ਕੰਮ ਹੈ? ਭਾਈ ਸਾਹਿਬ ਜੀ ਨੇ ਦੱਸਿਆ ਵੀ ਮਾਛੀ ਬਖਸ਼ ਰਹੀਮ ਦੀ ਲੜਕੀ ਨੂੰ ਇਸ ਤਰ੍ਹਾਂ ਨਵਾਬ ਚੁੱਕ ਕੇ ਲੈ ਗਿਆ ਹੈ ਤੇ ਆਪ ਕੋ ਛੁਡਾ ਕੇ ਲਿਆਓ। ਸਿੰਘਾਂ ਨੇ ਨਵਾਬ ਦੇ ਪਾਸੋਂ ਜਾ ਕਰਕੇ ਉਸ ਮਾਛੀ ਦੀ ਲੜਕੀ ਨੂੰ ਸੰਗਤ ਜੀ ਛੁਡਾ ਕੇ ਲਿਆਣ ਕੇ ਉਹਦੇ ਹਵਾਲੇ ਕੀਤਾ। ਤੇ ਆਕਲ ਦਾਸ, ਜਿਹਨੂੰ ਭਗਤ ਨਿਰੰਜਨੀਆਂ ਕਿਹਾ ਜਾਂਦਾ, ਜੰਡਿਆਲੇ ਦੇ ਰਹਿਣ ਵਾਲਾ ਸੀ, ਔਰ ਇਹਨੇ ਜਗਰੀਆ ਖਾਨ ਦੇ ਪਾਸ ਜਾ ਕੇ ਚੁਗਲੀ ਲਾਈ ਹੈ। ਕਹਿਣ ਲੱਗਾ, ਜੀ ਇੱਕ ਤਾਂ ਜਿਹੜਾ ਪੱਟੀ ਦਾ ਹਾਕਮ ਮਾਰਿਆ ਹੈ ਉਹਨੂੰ ਮਰਵਾਉਣ ਵਿੱਚ ਭਾਈ ਤਾਰੂ ਸਿੰਘ ਦਾ ਹੱਥ ਹੈ, ਔਰ ਦੂਸਰਾ ਭਾਈ ਤਾਰੂ ਸਿੰਘ ਜੀ ਇਹਨਾਂ ਦੀ ਮਾਤਾ ਤੇ ਇਹਨਾਂ ਦੀ ਭੈਣ, ਕਿਉਂਕਿ ਇਹਨਾਂ ਦਾ ਪਿਤਾ ਭਾਈ ਜੋਧ ਸਿੰਘ ਜੀ ਤਾਂ ਛੋਟੀ ਉਮਰ ਸੀ ਜਦੋਂ ਭਾਈ ਤਾਰੂ ਸਿੰਘ ਜੀ ਦੀ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ। ਹੁਣ ਇਹ ਤਿੰਨੇ ਜੀ ਨੇ ਸੰਗਤ ਜੀ, ਤਿੰਨੇ ਹੀ ਜੀਵ ਆਪ ਪ੍ਰਸ਼ਾਦਾ ਤਿਆਰ ਕਰਕੇ ਜੰਗਲ ਦੇ ਵਿੱਚ ਰਾਤ ਬਰਾਤੇ ਪਹੁੰਚ ਕੇ ਸਿੰਘਾਂ ਨੂੰ ਛਕਾਉਂਦੇ ਨੇ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ, ਆਪ ਭੁੱਜੇ ਹੋਏ ਛੋਲੇ ਚੱਬ ਕੇ ਗੁਜ਼ਾਰਾ ਕਰ ਲੈਂਦੇ ਨੇ, ਪਰ ਸਿੰਘਾਂ ਨੂੰ ਪ੍ਰਸ਼ਾਦੇ ਛਕਾ ਕੇ ਛਕਾਉਂਦੇ ਨੇ, ਪ੍ਰਸ਼ਾਦੇ ਪਕਾ ਕੇ ਛਕਾਉਂਦੇ ਨੇ। ਸੰਗਤ ਜੀ, ਸਿੰਘਾਂ ਨੂੰ ਚੰਗੇ ਚੰਗੇ ਵਸਤਰਾਂ ਦੀ ਸੇਵਾ ਕਰਦੇ ਨੇ, ਆਪ ਫਟੇ ਪੁਰਾਣੇ ਵਸਤਰਾਂ ਦੇ ਵਿੱਚ ਗੁਜ਼ਾਰਾ ਕਰ ਲੈਂਦੇ ਨੇ। ਵੈਸੇ ਭਾਈ ਤਾਰੂ ਸਿੰਘ ਜੀ ਦੀ ਕਾਫੀ ਜ਼ਮੀਨ ਜਾਇਦਾਦ ਵੀ ਸੀ, ਔਰ ਜਦੋਂ ਉਹ ਆਕਲ ਦਾਸ ਭਗਤ ਨਿਰੰਜਨੀਏ ਨੇ ਚੁਗਲੀ ਕੀਤੀ, ਉਸ ਵੇਲੇ ਮੋਮਨ ਖਾਨ ਨੂੰ ਨਵਾਬ ਨੇ ਕਿਹਾ, ਜਾਓ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਿਆਓ। ਮੋਮਨ ਖਾਨ ਕੋਈ ਫੌਜ ਲੈ ਕੇ ਇੱਥੇ ਪੂਲੇ ਨਗਰ ਵਿੱਚ ਆਇਆ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਸੰਗਤ ਜੀ, ਭਾਈ ਤਾਰੂ ਸਿੰਘ ਜੀ ਦੀ ਭੈਣ ਬੀਬੀ ਕਰਤਾਰ ਕੌਰ ਜੀ ਨੇ ਔਰ ਮਾਤਾ ਨੇ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ। ਆਖਿਆ, ਸਿਰ ਤਾਂ ਬੇਸ਼ੱਕ ਦੀ ਚਲਿਆ ਜਾਵੇ, ਪਰ ਗੁਰੂ ਕੀ ਸਿੱਖੀ ਨੂੰ ਦਾਗ ਨਹੀਂ ਲੱਗਣਾ ਚਾਹੀਦਾ। ਆਖਿਰ ਭਾਈ ਸਾਹਿਬ ਜੀ ਗ੍ਰਿਫਤਾਰ ਹੋ ਕੇ ਲਾਹੌਰ ਲਿਆਂਦੇ ਗਏ। ਸੰਗਤ ਜੀ, ਭਾਈ ਸਾਹਿਬ ਜੀ ਨੂੰ ਕਿਹਾ, ਤੁਹਾਡੀ ਨੌਜਵਾਨ ਅਵਸਥਾ ਹੈ, ਅਜੇ ਤੁਹਾਡੀ ਸ਼ਾਦੀ ਨਹੀਂ ਹੋਈ, ਤੁਸੀਂ ਇਸਲਾਮ ਕਬੂਲ ਕਰ ਲਵੋ, ਤੁਸੀਂ ਕੀ ਲੈਣਾ ਸਿੱਖੀ ਤੋਂ, ਤੁਹਾਡਾ ਚੰਗੇ ਘਰਾਣੇ ਦੇ ਵਿੱਚ ਨਿਕਾਹ ਕੀਤਾ ਜਾਵੇਗਾ, ਤੁਹਾਨੂੰ ਚੰਗੀ ਜ਼ਮੀਨ ਜਾਇਦਾਦ ਦਿੱਤੀ ਜਾਵੇਗੀ,
ਪਰ ਭਾਈ ਸਾਹਿਬ ਜੀ ਨੇ ਇਹ ਸਭ ਕੁਝ ਜੁੱਤੀ ਦੀ ਨੋਕ ਦੇ ਨਾਲ ਰੋੜ ਦਿੱਤਾ ਕਿ ਨਹੀਂ, ਜੇ ਤਾਂ ਇਸਲਾਮ ਕਬੂਲ ਕੀਤਿਆਂ ਮੌਤ ਨਹੀਂ ਆਉਂਦੀ ਤੇ ਫਿਰ ਦੱਸੋ, ਤੇ ਜੇ ਇਸਲਾਮ ਕਬੂਲ ਕੀਤਿਆਂ ਵੀ ਮੌਤ ਆਉਂਦੀ ਤੇ ਮੈਂ ਸਿੱਖੀ ਕਿਉਂ ਛੱਡਾਂ? ਮੈਂ ਸਿੱਖੀ ਨਹੀਂ ਛੱਡਾਂਗਾ। ਆਖਿਰ ਸੰਗਤ ਜੀ, ਨਵਾਬ ਤੇ ਭਾਈ ਤਾਰੂ ਸਿੰਘ ਜੀ ਦੇ ਆਪਸ ਵਿੱਚ ਸੰਵਾਦ ਹੋਇਆ ਹੈ, ਤੇ ਜਦੋਂ ਭਾਈ ਤਾਰੂ ਸਿੰਘ ਜੀ ਨੇ ਕਿਹਾ ਮੈਂ ਇਹ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣੀ ਆ, ਨਵਾਬ ਨੂੰ ਕਿਹਾ, ਤੇ ਨਵਾਬ ਨੇ ਗੁੱਸੇ ਵਿੱਚ ਕਿਹਾ ਸੀ ਜਿਹੜੀ ਸਿੱਖੀ ਦਾ, ਜਿਹੜੇ ਕੇਸਾਂ ਦਾ ਤੂੰ ਮਾਣ ਕਰਦਾ ਹੈ, ਮੈਂ ਜੁੱਤੀਆਂ ਮਾਰ ਕੇ ਤੇਰੇ ਕੇਸ ਉਖਾੜ ਦਿਆਂਗਾ। ਤੇ ਭਾਈ ਸਾਹਿਬ ਜੀ ਦੇ ਮੁਖ ਵਿੱਚੋਂ ਸੁੱਤੇ ਹੀ ਬਚਨ ਨਿਕਲਿਆ, ਕਹਿਣ ਲੱਗੇ ਤੂੰ ਮੇਰੇ ਕੇਸ ਨਹੀਂ ਉਖਾੜ ਸਕਦਾ, ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਸਤਿਗੁਰਾਂ ਦੀ ਮੋਹਰ ਹੈ, ਪਰ ਯਾਦ ਰੱਖੀ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਖੜਾਂਗਾ। ਸੰਗਤ ਜੀ, ਨਾਈ ਨੂੰ ਸੱਦਿਆ ਗਿਆ, ਭਾਈ ਸਾਹਿਬ ਜੀ ਦੇ ਕੇਸ ਕਤਲ ਕਰਨ ਦਾ ਹੁਕਮ ਕੀਤਾ ਗਿਆ। ਜਦੋਂ ਨਾਈ ਨੇ ਕੈਂਚੀ ਲਾਈ ਤੇ ਉਹ ਨਾਈ ਦੀ ਕੈਂਚੀ ਭਾਈ ਸਾਹਿਬ ਜੀ ਦੇ ਕੇਸ ਕਤਲ ਨਹੀਂ ਕਰ ਸਕੀ। ਇੰਨੀ ਸਤਿਗੁਰੂ ਜੀ ਨੇ ਉਹਨਾਂ ਕੇਸਾਂ ਦੇ ਅੰਦਰ ਪਾਵਨ ਆਪਣੀ ਅਗੰਮੀ ਤਾਕਤ ਬਖਸ਼ਿਸ਼ ਕਰ ਦਿੱਤੀ, ਨਾਈ ਦੀ ਕੈਂਚੀ ਕੇਸ ਨਹੀਂ ਕਤਲ ਕਰ ਸਕੀ। ਆਖਰ ਹੁਕਮ ਹੋਇਆ ਕਿ ਇਹਨਾਂ ਦੀ ਖੋਪਰੀ ਉਤਾਰ ਦਿੱਤੀ ਜਾਵੇ। ਚਰਕੜੀ ਤੇ ਵੀ ਚਾੜਿਆ ਗਿਆ ਸੰਗਤ ਜੀ, ਫਿਰ ਖੋਪਰੀ ਉਤਾਰ ਦਿੱਤੀ ਹੈ। 22 ਦਿਨ ਭਾਈ ਸਾਹਿਬ ਜੀ ਖੋਪਰੀ ਲੱਤੀ ਤੋਂ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਰਹੇ। ਉਧਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ ਤੇ ਇਹਨੇ ਬੜੇ ਉਪਚਾਰ ਕੀਤੇ, ਇਲਾਜ ਕੀਤੇ, ਕਿਤੇ ਉਹ ਆਰਾਮ ਨਾ ਆਇਆ। ਆਖਰ ਇਹਨੇ ਸ਼ੁਬੇਗ ਸਿੰਘ ਨੂੰ ਆਪਣੇ ਕੋਲ ਸੱਦ ਕੇ ਕਿਹਾ, ਭਾਈ ਸ਼ੁਬੇਗ ਸਿੰਘ ਜੀ ਤੁਸੀਂ ਜਾਓ ਖਾਲਸੇ ਦੇ ਪਾਸ, ਖਾਲਸੇ ਤੋਂ ਮੇਰੇ ਵਾਸਤੇ ਕੋਈ ਦਵਾਈ ਮੰਗ ਕੇ ਲਿਆਓ। ਜਦੋਂ ਖਾਲਸੇ ਦੇ ਪਾਸ ਭਾਈ ਸ਼ੁਬੇਗ ਸਿੰਘ ਜੀ ਪਹੁੰਚੇ ਤੇ ਖਾਲਸੇ ਨੇ ਕਿਹਾ, ਭਾਈ ਤਾਰੂ ਸਿੰਘ ਜੀ ਮਹਾਤਮਾ ਹਨ, ਸਾਧੂ ਹਨ, ਸੰਤ ਹਨ, ਉਹਨਾਂ ਦਾ ਜੀਵਨ ਐਸਾ ਹੈ ਜੋ ਉਹਨਾਂ ਨੇ ਬਚਨ ਕੀਤਾ, ਉਹਨਾਂ ਦੇ ਬਚਨ ਤੇ ਪਹਿਰਾ ਦੇਣਾ ਪਵੇਗਾ। ਉਹਨਾਂ ਦੇ ਪੈਰਾਂ ਦਾ ਜੋੜਾ ਲਿਜਾ ਕਰਕੇ ਨਵਾਬ ਦੇ ਸਿਰ ਵਿੱਚ ਮਾਰਿਆ ਜਾਵੇ ਤੇ ਇਹਦਾ ਬੰਨ ਖੁੱਲ ਸਕਦਾ ਹੈ। ਭਾਈ ਤਾਰੂ ਸਿੰਘ ਜੀ ਦਾ ਜੋੜਾ ਲਿਆ ਕਰਕੇ ਨਵਾਬ ਦੇ ਸਿਰ ਵਿੱਚ ਸੰਗਤ ਜੀ 22 ਦਿਨ ਮਾਰਦੇ ਰਹੇ, 22 ਦਿਨ। ਔਰ 22 ਦਿਨਾਂ ਬਾਅਦ ਉਹ ਜਿਹੜਾ ਨਵਾਬ ਜ਼ਕਰੀਆ ਖਾਨ ਸੀ ਉਹ ਭਾਈ ਸਾਹਿਬ ਜੀ ਦੇ ਜੋੜੇ ਦੀ ਮਾਰ ਖਾਂਦਾ ਹੋਇਆ ਸੰਸਾਰ ਤੋਂ ਤੁਰ ਗਿਆ। ਜਦੋਂ ਭਾਈ ਸਾਹਿਬ ਜੀ ਨੂੰ ਇਹਦੀ ਖਬਰ ਪਹੁੰਚੀ ਤੇ ਪੰਥ ਪ੍ਰਕਾਸ਼ ਦੇ ਅੰਦਰ ਜੇਕਰ ਹੈ, ਭਾਈ ਸਾਹਿਬ ਜੀ ਨੇ ਨਾਲ ਦੇ ਸਿੰਘਾਂ ਨੂੰ ਇਸ਼ਾਰਾ ਕੀਤਾ ਕਿ ਹਰਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੇ ਜਲ ਨਾਲ ਮੇਰਾ ਇਸ਼ਨਾਨ ਕਰਵਾਇਆ ਜਾਵੇ। ਇਸ਼ਨਾਨ ਕਰਵਾਇਆ ਗਿਆ। ਭਾਈ ਸਾਹਿਬ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਫਤਿਹ ਬੁਲਾਈ ਤੇ ਸੰਗਤ ਜੀ ਅੱਜ ਦੇ ਦਿਨ 1 ਸਾਵਣ ਸੰਮਤ 1802 ਬਿਕਰਮੀ ਨੂੰ ਸਨ 1745 ਈਸਵੀ ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਈ ਤੇ ਉਹਨਾਂ ਨੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦਇਆ ਦ੍ਰਿਸ਼ਟੀ ਕਰਦਾ ਹੈ, ਸੰਗਤ ਜੀ ਉਹਨਾਂ ਦੀ ਇਹ ਬਚਨ ਜਿਹੜੇ ਪੂਰੇ ਹੁੰਦੇ ਹਨ। ਸ਼ਬਦ ਸਵਾਰਨਹਾਰ ਉਹਨਾਂ ਨੂੰ ਆਪਣੇ ਸ਼ਬਦ ਨਾਲ ਜੋੜ ਕੇ ਸਵਾਰ ਦਿੰਦਾ ਹੈ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਵਣ ਦਾ ਮਹੀਨਾ ਉਹਨਾਂ ਸੁਹਾਗਵੰਤੀਆਂ ਜੀਵ ਇਸਤਰੀਆਂ ਵਾਸਤੇ ਸ਼ੋਭਨੀਕ ਹੈ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਆਪਣੇ ਗਲ ਵਿੱਚ ਹਾਰ ਪਹਿਨਿਆ ਹੋਇਆ। ਸੰਗਤ ਜੀ ਉਹਨਾਂ ਵਾਸਤੇ ਸਾਰੇ ਮਹੀਨੇ, ਸਾਰੇ ਦਿਨ, ਘੜੀਆਂ, ਪਲ, ਮੁਹੂਰਤ ਸਾਰੇ ਹੀ ਚੰਗੇ ਨੇ ਜਿਹੜੇ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਹਨ। ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਅੱਜ ਆਪਾਂ ਨੂੰ 12 ਮਾਹ ਦੀ ਬਾਣੀ ਵਿੱਚੋਂ ਬਖਸ਼ਿਸ਼ ਕੀਤਾ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਆਪਾਂ ਵੀ ਪਰਮੇਸ਼ਰ ਦੇ ਨਾਮ ਦਾ ਹਾਰ ਸਵਾਸ ਸਵਾਸ ਸਿਮਰਨ ਕਰਨਾ ਇਹ ਹਾਰ ਪਹਿਨੀਏ
ਤੇ ਫਿਰ ਸਾਡੇ ਵਾਸਤੇ ਵੀ ਇਹ ਸਾਵਣ ਦਾ ਮਹੀਨਾ ਸਫਲਾ ਹੋਵੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਜੀ ਦਾ, ਸਮੂਹ ਸਿੱਖ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ, ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।